ਡੰਡੋਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਤਾ ਤ੍ਰਿਪਤਾ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਮਾਤਾ ਤ੍ਰਿਪਤਾ ਜੀ ਕਹਿ ਰਹੇ ਸਨ ਕਿ ਪੁੱਤਰ, ਜੇਕਰ ਤੂੰ ਕਮਾਈ ਕਰੇਗਾ, ਲੋਕ ਤੇਰੀ ਕਮਾਈ ਨੂੰ ਦੇਖਣਗੇ, ਤੇ ਕੋਈ ਖੱਤਰੀ ਜਦੋਂ ਤੇਰੀ ਕਮਾਈ ਨੂੰ ਦੇਖੇਗਾ ਤੇ ਫਿਰ ਉਹ ਆਪਣੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਤੇਰੇ ਨਾਲ ਕਰ ਦੇਗਾ, ਫਿਰ ਤੇਰਾ ਵਿਆਹ ਹੋ ਜਾਏਗਾ। ਪਰ ਪੁੱਤਰ, ਜਿਹੜੀ ਤੂੰ ਇਸ ਵੇਲੇ ਚਾਲ ਫੜੀ ਹੋਈ ਹੈ, ਇਸ ਨੂੰ ਦੇਖ ਕੇ ਲੋਕੀ ਤੈਨੂੰ ਮਖੌਲ ਕਰਦੇ ਨੇ, ਤੇ ਤੇਰੇ ਨਾਲ ਨਾਲ ਲੋਕ ਸਾਡਾ ਵੀ ਮਖੌਲ ਉਡਾਉਂਦੇ ਨੇ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਕਹਿ ਨਿਲਾਇਕ ਤਿਨ ਕੋ ਤਾਤਾ, ਕਛੂ ਨ ਕ੍ਰਿਤ ਕਰਨ ਕੀ ਗਿਆਤਾ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਜਿੰਨੇ ਵੀ ਸਿਆਣੇ ਲੋਕ ਨੇ, ਉਹ ਸਾਰੇ ਦੇ ਸਾਰੇ ਉਸ ਪੁੱਤਰ ਨੂੰ ਨਲਾਇਕ ਕਹਿੰਦੇ ਨੇ, ਜਿਹਨੂੰ ਕੋਈ ਵੀ ਕੰਮ ਕਰਨ ਦੀ ਕਿਸੇ ਤਰ੍ਹਾਂ ਵੀ ਜਾਂਚ ਨਾ ਹੋਵੇ। ਭਾਵ ਕਿ ਜਿਹੜਾ ਨਹੀਂ ਕੰਮ ਕਰਦਾ ਉਹਨੂੰ ਲੋਕ ਇਸੇ ਤਰ੍ਹਾਂ ਨਲਾਇਕ ਕਹਿੰਦੇ ਨੇ। ਲਖੈ ਦਰਿ ਦੀ ਕੋ ਮਤਹੀਨਾ, ਕੋ ਪਾਖੈ ਇਹ ਬਲ ਤੇ ਛੀਨਾ। ਮਾਤਾ ਜੀ ਕਹਿੰਦੇ ਨੇ ਕਿ ਕਈ ਮਨੁੱਖ ਕਹਿੰਦੇ ਨੇ ਕਿ ਇਹ ਦਲਿਦਰੀ ਹੈ, ਕਈ ਕਹਿੰਦੇ ਨੇ ਕਿ ਇਹਦੇ ਵਿੱਚ ਰਤਾ ਮਾਤਰ ਵੀ ਕੋਈ ਬੁੱਧੀ ਨਹੀਂ ਹੈ, ਤੇ ਕਈ ਕਹਿੰਦੇ ਨੇ ਕਿ ਇਹ ਨਿਰਬਲ ਹੈ, ਇਹਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਇਹ ਕੋਈ ਕੰਮ ਕਰੇ। ਵਜਰ ਸਮਾਨ ਬਚਨ ਉਪਹਾਸੂ, ਕਹਿ ਸ਼ਰੀਕ ਈਰਖਾ ਜਾਸੂ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਮਖੌਲ ਦੀਆਂ ਗੱਲਾਂ ਨੇ, ਇਹ ਸਾਨੂੰ ਵਜਰ ਦੇ ਵਰਗੀਆਂ ਲੱਗਦੀਆਂ ਨੇ। ਵਜਰ ਇੱਕ ਇੰਦਰ ਦਾ ਹਥਿਆਰ ਹੈ, ਜਿਹਨੂੰ ਕਿ ਬਹੁਤ ਭਿਆਨਕ ਤੇ ਤਗੜਾ ਮੰਨਿਆ ਜਾਂਦਾ ਹੈ। ਮਾਤਾ ਜੀ ਕਹਿੰਦੇ ਨੇ ਕਿ ਜਿਹੜੇ ਸ਼ਰੀਕ ਇਸ ਤਰ੍ਹਾਂ ਸਾਡਾ ਮਖੌਲ ਉਡਾਉਂਦੇ ਨੇ, ਉਹਨਾਂ ਦੀਆਂ ਆਖੀਆਂ ਹੋਈਆਂ ਗੱਲਾਂ ਸਾਨੂੰ ਵਜਰ ਵਰਗੀਆਂ ਲੱਗਦੀਆਂ ਨੇ। ਕਹਿ ਸ਼ਰੀਕ ਈਰਖਾ ਜਾਸੂ, ਜਿਹੜੇ ਸ਼ਰੀਕ ਸਾਡੇ ਨਾਲ ਈਰਖਾ ਰੱਖਦੇ ਨੇ, ਉਹ ਇਸ ਤਰ੍ਹਾਂ ਸਾਡਾ ਮਖੌਲ ਉਡਾਉਂਦੇ ਨੇ। ਹਮ ਔਰ ਜਰੇ
जाए सो कैसे, दुखें बदर टिग रंबा जैसे। माता त੍ਰਿਪਤਾ जी ਕਹਿੰਦੇ ਨੇ ਕਿ ਜਿਹੜੀਆਂ ਸਾਨੂੰ ਗੱਲਾਂ ਸ਼ਰੀਕ ਕਰਦੇ ਨੇ ਉਹ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਦਿਲ ਦੇ ਵਿੱਚ ਸਹਾਰ ਨਹੀਂ ਸਕਦੇ। ਦੁਖੈਂ ਬਦਰ ਟਿਗ ਰੰਭਾ ਜੈਸੇ, ਮਾਤਾ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ, ਜੇਕਰ ਬੇਰੀ ਦੇ ਰੁੱਖ ਦੇ ਕੋਲ ਕੇਲੇ ਦਾ ਰੁੱਖ ਹੋਵੇ ਤੇ ਜਿਸ ਤਰ੍ਹਾਂ ਬੇਰੀ ਝੂਮਦੀ ਹੈ ਤੇ ਕੇਲੇ ਦੇ ਰੁੱਖ ਨੂੰ ਉਹ ਬਿਲਕੁਲ ਵਿੰਨ ਦਿੰਦੀ ਹੈ, ਇਸੇ ਤਰ੍ਹਾਂ ਜਿਹੜੀਆਂ ਲੋਕਾਂ ਦੀਆਂ ਗੱਲਾਂ ਨੇ ਨਾ ਉਹ ਸਾਨੂੰ ਦੁਖੀ ਕਰਦੀਆਂ ਨੇ। ਆਦ ਬਾਣੀ ਦੇ ਵਿੱਚ ਸਤਿਗੁਰਾਂ ਨੇ ਕੀਤੀ ਹੈ ਕਿਰਪਾ ਕਿ ਕਬੀਰ ਭਗਤ ਜੀ ਦੀ ਬਾਣੀ ਨੂੰ ਚੜਾਇਆ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਾਰਿਆਂ ਤੋਂ ਸ਼੍ਰੋਮਣੀ ਜਿਹੜੇ ਭਗਤ ਨੇ ਉਹ ਭਗਤ ਕਬੀਰ ਹੋਏ ਨੇ, ਉਹਨਾਂ ਨੂੰ ਮੰਨਿਆ ਜਾਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਇਹ ਬਚਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਭਗਤ ਕਬੀਰ ਜੀ ਦੀ ਬਾਣੀ ਲਿਖੀ ਹੈ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਕਬੀਰ ਜੀਓ ਸ੍ਰੀ ਕਰਕੇ ਲਿਖਿਆ ਹੈ। ਸ਼੍ਰੋਮਣੀ ਭਗਤ ਕਬੀਰ ਜੀ ਮੰਨੇ ਜਾਂਦੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਮਾਤਾ ਜੀ ਨੇ ਇਹ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਬੇਰੀ ਦੇ ਰੁੱਖ ਦੇ ਕੋਲ ਕੇਲੇ ਦਾ ਰੁੱਖ ਹੋਵੇ ਤੇ ਬੇਰੀ ਹਵਾ ਦੇ ਝੋਂਕੇ ਦੇ ਨਾਲ ਝੂਮਦੀ ਹੈ ਤੇ ਕੇਲੇ ਦੇ ਰੁੱਖ ਨੂੰ ਸੂਲਾਂ ਵੱਜਦੀਆਂ ਨੇ ਤੇ ਉਹ ਚੀਰਿਆ ਜਾਂਦਾ ਹੈ। ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਕਤ ਦੇ ਬਾਰੇ ਗੱਲ ਕੀਤੀ ਹੈ। ਕਬੀਰ ਜੀ ਲਿਖਦੇ ਨੇ, ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਇਸ ਜਗ੍ਹਾ ਦੇ ਉੱਤੇ ਕਬੀਰ ਜੀ ਸਾਕਤ ਦੀ ਗੱਲ ਕਰਦੇ ਨੇ। ਕਬੀਰ ਜੀ ਲਿਖਦੇ ਨੇ ਕਿ ਕੁਸੰਗ ਦੀ ਮਾਰੀ ਹੋਈ ਇਸ ਤਰ੍ਹਾਂ ਮੈਂ ਮਰਦੀ ਹਾਂ ਕਿ ਜਿਵੇਂ ਕੇਲੇ ਦੇ ਨਿਕਟ ਬੇਰੀ ਦਾ ਦਰਖਤ ਹੋਵੇ, ਉਹ ਝੂਲਾ ਉਹ ਤੇ ਝੂਮਦੀ ਹੈ ਬੇਰੀ ਹਵਾ ਦੇ ਝੋਂਕਿਆਂ ਦੇ ਨਾਲ, ਪਰ ਉਹ ਚੀਰੀ ਹੈ, ਪਰ ਜਿਹੜਾ ਕੇਲੇ ਦਾ ਰੁੱਖ ਹੈ ਉਹ ਚੀਰਿਆ ਜਾਂਦਾ ਹੈ। ਇਸੇ ਤਰ੍ਹਾਂ ਕਬੀਰ ਜੀ ਲਿਖਦੇ ਨੇ ਸਾਕਤ ਦਾ ਸੰਗ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਮਾਤਾ ਜੀ ਨੇ ਇਹੀ ਪ੍ਰਮਾਣ ਦਿੱਤਾ ਹੈ ਕਿ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਇਸ ਤਰ੍ਹਾਂ ਸਾਨੂੰ ਚੀਰਦੀਆਂ ਨੇ ਕਿ ਜਿਵੇਂ ਬੇਰੀ ਦੇ ਕੰਡੇ ਕੇਲੇ ਦੇ ਰੁੱਖ ਨੂੰ ਚੀਰ ਦਿੰਦੇ ਨੇ। ਸੰਗਤ ਤਜੋ ਫਕੀਰਨ ਕੇਰੀ, ਪੰਕਤ ਬੈਸੋ ਗਿਆਤਨ ਹੇਰੀ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਜਿਹੜੀ ਤੁਸੀਂ ਸੰਗਤ ਫਕੀਰਾਂ ਦੀ ਕਰਦੇ ਹੋ ਉਸ ਨੂੰ ਬਿਲਕੁਲ ਛੱਡ ਦਿਓ ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਸੰਬੰਧੀ ਨੇ ਉਹਨਾਂ ਸਾਰਿਆਂ ਦੇ ਵਿੱਚ ਤੁਸੀਂ ਬੈਠਿਆ ਕਰੋ। ਜੋ ਨਿਜ ਨਿਜ ਕਰਹਿ ਸੋ ਕਾਜਾ, ਤਿਉ ਤੁਮ ਕਰੋ ਤਾਤ ਲਖ ਲਾਜਾ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਜਿਵੇਂ ਸਾਰੇ ਦੇ ਸਾਰੇ ਆਪੋ ਆਪਣੇ ਕੰਮਾਂ ਨੂੰ ਕਰਦੇ ਨੇ ਉਸੇ ਤਰੀਕੇ ਦੇ ਨਾਲ ਤੁਸੀਂ ਵੀ ਆਪਣਾ ਕੰਮ ਕਰਿਆ ਕਰੋ। ਇਸ ਤਰ੍ਹਾਂ ਦੀ ਜਿਹੜੀ ਗੱਲ ਕਰਦੇ ਹੋ ਤੁਸੀਂ ਫਕੀਰਾਂ ਦੇ ਨਾਲ ਬੈਠਣ ਦੀ, ਇਹ ਨਾ ਕਰਿਆ ਕਰੋ। ਸੁਣੈ ਸਭੇ ਬਚ ਜੇ ਕਹਿ ਮਾਤਾ, ਚੇਤਨਾ ਲਗਿਆ ਕੋ ਬਾਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀਆਂ ਵੀ ਮਾਤਾ ਤ੍ਰਿਪਤਾ ਜੀ ਨੇ ਗੱਲਾਂ ਆਖੀਆਂ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਸਤਿਗੁਰਾਂ ਨੇ ਸੁਣਿਆ, ਪਰ ਮਾਤਾ ਜੀ ਦੀ ਆਖੀ ਹੋਈ ਇੱਕ ਵੀ ਗੱਲ ਸਤਿਗੁਰਾਂ ਦੇ ਚਿੱਤ ਨੂੰ ਭਾਈ ਨਾ। ਪੂਣ ਪੜ ਰਹੇ ਪਾਏ ਮੁਖ ਬਸਨਾ, ਤੂਸ਼ਣ ਭਏ ਸੋ ਬੋਲੇ ਕਸਨਾ। ਇਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਪਣੇ ਮੁਖੜੇ ਨੂੰ ਕੱਪੜੇ ਦੇ ਨਾਲ ਢੱਕ ਲਿਆ ਤੇ ਲੰਮੇ ਪੈ ਗਏ, ਚੁੱਪ ਕਰਕੇ ਕਿਸੇ ਦੇ ਨਾਲ ਕੋਈ ਵੀ ਗੱਲ ਨਾ ਕੀਤੀ। ਪਰਾ ਭਗਤ ਮੈਂ ਭਗਤ ਦਸ਼ਾਸੀ, ਤਸ ਬਿਦ ਕੀਨੀ ਸਿਰ ਸੁਖ ਰਾਸੀ। ਪਰਾ ਭਗਤੀ ਦੇ ਵਿੱਚ ਭਗਤ ਵਰਗੀ ਦਸ਼ਾ ਸਤਿਗੁਰਾਂ ਨੇ ਬਣਾ ਲਈ ਹੈ। ਤਸ ਬਿਦ ਕੀਨੀ ਸਿਰੀ ਸੁਖ ਰਾਸੀ। ਕਵੀ ਜੀ ਲਿਖਦੇ ਨੇ ਕਿ ਸੁਖਾਂ ਦੀ ਰਾਸ ਸਤਿਗੁਰਾਂ ਨੇ ਆਪਣੀ ਦਸ਼ਾ ਇਸ ਤਰ੍ਹਾਂ ਦੀ ਬਣਾ ਰੱਖੀ। ਰਹਿਣ ਦਿਵਸ ਪਰ ਰਹਿਣ ਕੇਤਾ, ਵਿਚਰ ਨ ਬੋਲੇ ਕਬੈ ਸੁਚੇਤਾ।
ਰਾਤ ਦਿਨ ਸਤਿਗੁਰੂ ਜੀ ਘਰ ਦੇ ਵਿੱਚ ਹੀ ਲੰਮੇ ਪੈ ਰਹਿੰਦੇ ਨੇ, ਨਾ ਬਾਹਰ ਕਿਤੇ ਜਾਂਦੇ ਨੇ, ਨਾ ਕਿਸੇ ਦੇ ਨਾਲ ਬੋਲਦੇ ਨੇ, ਆਪਣੀ ਸਮੇਤ ਰੁਚੀ ਦੇ ਨਾਲ। ਪੇ ਉਨਮਾਤ ਨਿਮਗਨ ਆਨੰਦਾ, ਸਰਜ ਲਖੇ ਨਰ ਤਨ ਸੁਖ ਕੰਦਾ। ਮਸਤ ਹੋਏ ਅੰਦਰੂਨੀ ਆਨੰਦ ਦੇ ਵਿੱਚ ਹੀ ਸਤਿਗੁਰੂ ਜੀ ਹਮੇਸ਼ਾ ਲੀਨ ਰਹਿੰਦੇ ਨੇ। ਸਰਜ ਲਖੇ ਨਰ ਤਨ ਸੁਖ ਕੰਦਾ। ਤੇ ਲੋਕਾਂ ਨੇ ਇਸ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਨਾਨਕ ਦੇ ਸਰੀਰ ਨੂੰ ਕੋਈ ਰੋਗ ਲੱਗ ਗਿਆ। ਖਾਣ ਪਾਣ ਨਹੀਂ ਰੁਚ ਸੋ ਕਰਹੀ, ਸ਼ਾਂਤ ਬ੍ਰਿਤ ਮੁਖ ਤੂਸ਼ਣ ਧਰਹੀ। ਕਿਉਂਕਿ ਸਤਿਗੁਰੂ ਜੀ ਖਾਣ ਪੀਣ ਦੇ ਵਿੱਚ ਆਪਣੀ ਰੁਚੀ ਨੂੰ ਧਾਰਨ ਨਹੀਂ ਕਰਦੇ, ਸ਼ਾਂਤ ਬ੍ਰਿਤੀ ਦੇ ਵਿੱਚ ਹੀ ਰਹਿੰਦੇ ਨੇ ਤੇ ਮੁਖ ਤੋਂ ਚੁੱਪ ਰਹਿੰਦੇ ਨੇ। ਲੋਕਾਂ ਨੇ ਸਮਝਿਆ ਕਿ ਨਾਨਕ ਨੂੰ ਕੋਈ ਰੋਗ ਹੋ ਗਿਆ। ਮਾਤ ਆਣ ਬਹੁ ਕਰ ਕਰ ਹੇਤੂ, ਅਸਨ ਖਵਾਵੇ ਮਦਰ ਸਮੇਤੂ। ਮਾਤਾ ਤ੍ਰਿਪਤਾ ਜੀ ਬਹੁਤਾ ਹੀ ਜ਼ਿਆਦਾ ਹੇਤ ਦੇ ਨਾਲ ਸਤਿਗੁਰਾਂ ਦੇ ਕੋਲ ਆਉਂਦੇ ਨੇ, ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਭੋਜਨ ਛਕਾਉਂਦੇ ਨੇ ਤੇ ਨਾਲ ਫਿਰ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਦੁਰਬਲ ਪਾਤਵ ਤਾਤ ਸਰੀਰਾ, ਕਿਉਂ ਨਾ ਕਹੋ ਨਿਜ ਰੁਜ ਕੀ ਪੀਰਾ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਹੇ ਮੇਰੇ ਪੁੱਤਰ ਨਾਨਕ, ਦੇਖ ਤੇਰਾ ਸਰੀਰ ਕਿੰਨਾ ਕਮਜ਼ੋਰ ਹੋ ਗਿਆ, ਕਿਉਂ ਨਾ ਕਰੋ ਨਿਜ ਰੁਜ ਕੀ ਪੀਰਾ। ਪੁੱਤਰ ਤੇਰਾ ਸਰੀਰ ਬੜਾ ਕਮਜ਼ੋਰ ਹੋ ਗਿਆ, ਤੈਨੂੰ ਜੇਕਰ ਕੋਈ ਸਰੀਰਕ ਬਿਮਾਰੀ ਹੈ ਤੇ ਤੂੰ ਉਸ ਬਿਮਾਰੀ ਨੂੰ ਕਿਉਂ ਨਹੀਂ ਦੱਸਦਾ। ਆਨਣ ਪੀਤ ਅਚੰਚਲ ਅੰਗਾ, ਬਿਗਸ ਨ ਬੋਲੋ ਸੰਗ ਉਮੰਗਾ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਤੇਰੇ ਮੂੰਹ ਦਾ ਜਿਹੜਾ ਰੰਗ ਹੈ ਉਹ ਪੀਲਾ ਹੋ ਗਿਆ, ਮੂੰਹ ਦੇ ਉੱਤੇ ਪਿਲਤਨ ਛਾ ਗਈ ਹੈ ਤੇ ਤੇਰੇ ਜਿਹੜੇ ਅੰਗ ਨੇ ਉਹ ਵੀ ਬੜੇ ਢਿੱਲੇ ਜੇ ਹੋ ਗਏ ਨੇ। ਬਿਗਸ ਨਾ ਬੋਲੋ ਸੰਗ ਉਮੰਗਾ, ਤੇ ਕਦੇ ਵੀ ਸਹਿਤ ਖੁਸ਼ੀ ਤੇ ਉਮੰਗ ਦੇ ਨਾਲ ਤੁਸੀਂ ਬੋਲਦੇ ਨੇ। ਨਿਜ ਸੰਗੀ ਕੇ ਸੰਗਮ ਮਾਹੀ, ਮਿਲ ਕੇ ਵਿਚਰਤ ਕਿਉਂ ਤੁਮ ਨਾਹੀ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਪਹਿਲਾਂ ਤੇ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਇੰਨਾ ਖੇਡਦੇ ਸੀ ਕਿ ਘਰ ਹੀ ਨਹੀਂ ਸੀ ਵਾਪਸ ਪਰਤਦੇ, ਤੇ ਹੁਣ ਤੁਸੀਂ ਆਪਣੇ ਸੰਗੀ ਸਾਥੀਆਂ ਦੇ ਨਾਲ ਕਦੇ ਵੀ ਜਾ ਕੇ ਨਹੀਂ ਬਹਿੰਦੇ, ਉਹਨਾਂ ਨੂੰ ਜਾ ਕੇ ਨਹੀਂ ਮਿਲਦੇ ਤੇ ਨਾ ਹੀ ਕੋਈ ਉਹਨਾਂ ਦੇ ਨਾਲ ਖੇਡ ਖੇਡਦੇ। ਬਾਸਰ ਨਿਸਾ ਇਕਾਂਤ ਨਕੇਤੂ, ਪਾਰੇ ਰਹੋ ਕਿਉਂ ਕਰਤ ਨਾ ਹੇਤੂ। ਮਾਤਾ ਜੀ ਕਹਿੰਦੇ ਨੇ ਕਿ ਰਾਤ ਤੇ ਦਿਨ ਘਰ ਦੇ ਵਿੱਚ ਇਕਾਂਤ ਦੇ ਵਿੱਚ ਹੀ ਤੁਸੀਂ ਪਏ ਰਹਿੰਦੇ ਹੋ, ਕਿਉਂ ਨਾ ਕਰਤ ਹੋ ਹੇਤੂ। ਕਿਸੇ ਦੇ ਨਾਲ ਉੱਠ ਕੇ ਕਿਉਂ ਨਹੀਂ ਮਿਲਦੇ, ਕਿਉਂ ਤੁਸੀਂ ਆਪਣੇ ਮਿੱਤਰਾਂ ਤੇ ਬੇਲੀਆਂ ਦੇ ਨਾਲ ਮਿਲਾਪ ਨਹੀਂ ਕਰਦੇ, ਉਹਨਾਂ ਦੇ ਨਾਲ ਹਿੱਤ ਨਹੀਂ ਕਰਦੇ। ਰੁਚ ਸੋ ਅਸਣ ਕਰਤ ਨਹੀਂ ਖਾਣਾ, ਕਿਦੋਂ ਉਦਰ ਰੁਜ ਕੋ ਬਲਵਾਨਾ। ਮਾਤਾ ਜੀ ਕਹਿੰਦੇ ਨੇ ਨਾਨਕ ਪੁੱਤਰ ਮੈਂ ਦੇਖ ਰਹੀ ਹਾਂ ਕਿ ਤੂੰ ਰੁਚੀ ਦੇ ਨਾਲ ਖਾਣਾ ਪੀਣਾ ਨਹੀਂ ਖਾਂਦਾ, ਤੂੰ ਰੁਚੀ ਦੇ ਨਾਲ ਭੋਜਨ ਨੂੰ ਨਹੀਂ ਛਕਦਾ। ਕਿਦੋਂ ਉਦਰ ਰੁਜ ਕੋ ਬਲਵਾਨਾ, ਦੱਸ ਕਿ ਕੋਈ ਵੱਡਾ ਤੈਨੂੰ ਪੇਟ ਦਾ ਰੋਗ ਹੋ ਗਿਆ ਕਿ ਤੇਰਾ ਕਿਸੇ ਚੀਜ਼ ਖਾਣ ਨੂੰ ਜੀ ਨਹੀਂ ਕਰਦਾ ਤੇ ਕੋਈ ਵੀ ਚੀਜ਼ ਪੀਣ ਨੂੰ ਮਨ ਨਹੀਂ ਕਰਦਾ। ਮੋਹਰ ਮੋਹ ਜਨਨੀ ਪਾਖੀ, ਸੋਤੀ ਉਪਚਾਰ ਕਰਨ ਅਬਿਲਾਖੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਰ-ਬਾਰ ਮਾਤਾ ਤ੍ਰਿਪਤਾ ਜੀ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਆਖੀਆਂ, ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਲਕੁਲ ਚੁੱਪ ਰਹੇ, ਕੋਈ ਵੀ ਬਚਨ ਨਾ ਕੀਤਾ। ਕਵੀ ਜੀ ਲਿਖਦੇ ਨੇ ਕਿ ਫਿਰ ਆਪਣੇ ਪੁੱਤਰ ਦਾ ਇਲਾਜ ਕਰਨ ਦੇ ਵਾਸਤੇ ਮਾਤਾ ਦੇ ਚਾਹ ਪੈਦਾ ਹੋਈ ਹੈ ਕਿ ਕੋਈ ਬਿਮਾਰੀ ਹੈ ਤੇ ਮੈਂ ਇਸ ਦਾ ਇਲਾਜ ਕਰਾਂ। ਮਨ ਹੀ ਮਨ ਮਨਾਵ ਮਹੇਸ਼ਾ, ਪੂਜ ਚੰਡਕਾ ਬਹੁਰ ਗਣੇਸ਼ਾ। ਤੇ ਆਪਣੇ ਮਨ ਦੇ ਵਿੱਚ ਹੀ
उस वेले शिव जी भगवान नूं याद किया है माता तृप्ता जी ने, ते फिर बार बार चंडी दे अगे आराधना की है, ते फिर गणेश नूं भी पूज्या मनो ही। सुत शरीर को करो रोगा, द्यो पायन जस जिस जोगा। शिव जी भगवान दे अगे, चंडी देवी दे अगे ते गणेश दे अगे, इन्हां सारियां दे अगे आराधना कीती है ते मनो ही अर्ज कीती है कि कृपा करो मेरे पुत्र दे शरीर नूं तुसीं आरोग कर दिओ, मैं जिन्ने जोगी हां तुहानूं भेटा अर्पण करांगी। बंदे कर तर भर तर सिर को, नमो करे श्री लक्ष्मी बर को। कवि संतोख सिंह जी लिखते ने कि धरती दे उत्ते अपना मत्था ला के माता तृप्ता जी ने फिर मत्था टेकिया है, नमो करे श्री लक्ष्मी बर को। इस तो इलावा जेड़े लक्ष्मी दे पति ने भाव के जेड़े विष्णु भगवान ने उन्हां दे अगे भी बेनती की कि कृपा करके मेरे पुत्र दे रोग नूं दूर कर दिओ। सुत कर गह कर बहोरो बोली, कहो अपनी पीरा खोली। माता तृप्ता जी ने अपने पुत्र दे हथ नूं अपने हथ दे विच फड़िया है ते फिर कहंदी है कहो अपनी पीड़ा खोली, हे पुत्र अपनी पीड़ा नूं खोल के बयान कर, तेनू की दुख है, तेनू की रोग है। तिस पर मैं करवाऊं ल्याजा, वैद बुलाए बिलम बिन आजा। कहंदी है कि दस तेनू की रोग है, ताकि तेरे रोग दे मुताबक मैं तेरा इलाज करवावां। मैं हुणे ही वैद नूं बुला के तेरे रोग नूं दूर करवावांगी। मष्ट करी बेदी कुल नाथा, उत्तर ना दे को जननी साथा। कवि संतोख सिंह जी लिखते ने भावें माता जी ने किन्नियां भी गल्लां आखियां पर किसी भी गल का सतगुरां ने कोई भी जवाब ना दिता। सतगुरु जी चुपचाप होके बैठे रहे, माता की गल का कोई उत्तर ना दिता। सुध लेवणिया मैं सब ज्ञाती, जिनको नहीं असरीत सुहाती। कवि संतोख सिंह जी लिखते ने कि जिन्हां नूं नानक दी ऐसी रीति बिल्कुल भी चंगी नहीं लगती, ऐसे जिहड़े रिश्तेदार संबंधी ने वो सारे दे सारे खबर लैण दे वास्ते आउंदे ने। भोजन खात न पीवत नीरू, हेरत बेदी भये अधीरू। सतगुरु जी भोजन नहीं खांदे, ना ही सतगुरु जी पानी पींदे ने। हेरत बेदी भये अधीरू भाव के गुरु जी अधीर होके जो भी आउंदा है उहदे वल देखी जांदे ने। पूरब सूरत सब परवारू, रोज ना पाए नहीं कार्य उपचारू। सारे दा सारा जिहड़ा परिवार है वो बड़ा झुरदा है, पर सतगुरां दे रोग दा कोई पता नहीं लगदा। इस करके उपचार काहदा करन, इलाज काहदा करन। कालू सो बोले मिल सो, तब तन जय को दुख है को। जेड़े रिश्तेदार संबंधी सन उन्होंने ने कालू नूं आख्या है कि तेरे पुत्र नूं किसी तरह का कोई रोग है, कोई दुख है। तू निश्चिंत फिर है कहो कैसे, एक सुत बहुर रुझी पाया से। साख संबंधी कालू पिता नूं कहंदे ने कि तू ते बिल्कुल निश्चिंत होके फिरदा है, तेनू इस गल का कोई भी अंदाजा नहीं है कि तेरा इको एक इकलौता पुत्र है, वो भी रोगी है ते तू बेफिक्र होके फिर रहे हैं। वैद बुलाए इलाज करी जय, दर्ब लोभ नहीं हृदय तरी जय। रिश्तेदार कहंदे ने कालू नूं कि वैद नूं बुला के अपने पुत्र नानक दा कोई इलाज करवा।
ਦਰਬ ਲੋਭ ਨਹੀਂ ਹਿਰਦੈ ਤਰੀਜੈ, ਮਾਇਆ ਦੇ ਮੋਹ ਨੂੰ ਧਾਰਨ ਕਰਕੇ ਨਾ ਰੱਖ। ਜੇ ਤਵ ਤਾਤ ਅਰੋਗ ਜੀਵੰਤੂ, ਇਹ ਤੇ ਅਦਕ ਹੋਏ ਧਨਵੰਤੂ। ਕਾਲੂ ਨੂੰ ਸਾਰੇ ਮਿਲ ਕੇ ਕਹਿੰਦੇ ਨੇ ਕਿ ਜੇ ਤੇਰਾ ਪੁੱਤਰ ਜਿਉਂਦਾ ਰਿਹਾ ਤੇ ਅਰੋਗ ਰਿਹਾ ਤੇ ਫਿਰ ਬਹੁਤ ਸਾਰੀ ਮਾਇਆ ਇਹ ਆਪਣੇ ਆਪ ਹੀ ਕਮਾ ਲਏਗਾ। ਇਸ ਵੇਲੇ ਤੈਨੂੰ ਚਾਹੀਦਾ ਹੈ ਕਿ ਆਪਣੇ ਪੁੱਤਰ ਦਾ ਵੈਦ ਨੂੰ ਬੁਲਾ ਕੇ ਇਲਾਜ ਕਰਵਾ। ਸੁਤ ਸਨੇਹ ਕੋ ਮਨ ਤੇ ਤਿਆਗੀ, ਦਰਬ ਵਿਖੇ ਕਿਉਂ ਪਾਇ ਅਨੁਰਾਗੀ। ਕਾਲੂ ਨੂੰ ਕਹਿੰਦੇ ਨੇ ਕਿ ਪੁੱਤਰ ਦੇ ਪਿਆਰ ਨੂੰ ਮਨ ਤੋਂ ਤੂੰ ਬਿਲਕੁਲ ਭੁਲਾ ਛੱਡਿਆ ਹੈ ਤੇ ਮਾਇਆ ਦੇ ਮੋਹ ਦੇ ਵਿੱਚ ਤੂੰ ਫਸਿਆ ਹੋਇਆ। ਤਰਕ ਸੁਣਤ ਗਿਆਤਨ ਕੀ ਕਾਲੂ, ਹੋਤੋ ਅਣਜ ਟਿਗ ਤਿਹ ਛਿਨ ਲਾਲੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਿਤਾ ਕਾਲੂ ਨੇ ਆਪਣੇ ਸੰਬੰਧੀਆਂ ਦੀਆਂ ਗੱਲਾਂ ਨੂੰ ਸੁਣਿਆ ਹੈ ਜਿਹੜੀਆਂ ਕਿ ਬੜੀਆਂ ਤਰਕ ਵਾਲੀਆਂ ਸਨ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੂ ਜੀ ਦਾ ਛੋਟਾ ਭਰਾ ਲਾਲੂ ਵੀ ਉੱਥੇ ਖਲੋਤਾ ਸੀ, ਜਿਹੜਾ ਕਿ ਸਤਿਗੁਰਾਂ ਦਾ ਚਾਚਾ ਲੱਗਦਾ ਸੀ। ਵੈਦ ਬੁਲਾਵਣ ਹੇਤ ਪਠਾਇਆ, ਲਾਲੂ ਤਿਹ ਕਰ ਜਾਏ ਬੁਲਾਇਆ। ਉਸ ਵੇਲੇ ਕਾਲੂ ਨੇ ਆਪਣੇ ਛੋਟੇ ਭਰਾ ਲਾਲੂ ਨੂੰ ਆਖਿਆ ਕਿ ਜਾ ਤੂੰ ਵੈਦ ਨੂੰ ਸੱਦ ਕੇ ਲਿਆ। ਲਾਲੂ ਜੀ ਫਿਰ ਪਹੁੰਚੇ ਨੇ ਵੈਦ ਦੇ ਘਰ ਦੇ ਵਿੱਚ। ਨਾਮ ਜਾਸ ਹਰਿਦਾਸ ਹੁਲਾਸੀ, ਜਗੇ ਭਾਗ ਪਾਟਿਗ ਸੁਖ ਰਾਸੀ। ਵੈਦ ਦਾ ਨਾਮ ਸੀ ਹਰਦਾਸ। ਉਸ ਵੈਦ ਨੂੰ ਬੁਲਾ ਕੇ ਲਾਲੂ ਜੀ ਲੈ ਕੇ ਆਏ ਨੇ। ਜਗੇ ਭਾਗ ਗਾ ਡਿਗ ਸੁਖ ਰਾਸੀ, ਭਾਵ ਕੇ ਵੈਦ ਦੇ ਵੱਡੇ ਭਾਗ ਜਾਗੇ ਸਨ। ਇਸ ਕਰਕੇ ਉਹ ਚੱਲ ਕੇ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਹੈ, ਜਿਹੜੇ ਸਤਿਗੁਰੂ ਜੀ ਸੁਖਾਂ ਦੀ ਰਾਸ ਨੇ। ਤਨ ਪਰ ਬਸਨ ਲਏ ਸੁਖਦਾਈ, ਜਹ ਪੋਡੇ ਆਇਓ ਤੇ ਥਾਈ। ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਸੁਖਾਂ ਦਾ ਮੂਲ ਸਰੀਰ ਦੇ ਉੱਤੇ ਕੱਪੜਾ ਲੈ ਕੇ ਲੰਮੇ ਪੈ ਸਨ, ਉਸ ਜਗ੍ਹਾ ਦੇ ਉੱਤੇ ਵੈਦ ਪਹੁੰਚ ਗਿਆ। ਕਾਲੂ ਕਹਿ ਸੁਬੈਦੰ ਸੁਨੀਏ, ਕਰ ਬਿਲੋ ਕੇ ਰੁਜ ਕੋ ਗੁਨੀਏ। ਕਾਲੂ ਜੀ ਕਹਿੰਦੇ ਨੇ ਕਿ ਹੇ ਵੈਦ ਜੀ ਸੁਣੋ ਮੇਰੀ ਬੇਨਤੀ ਨੂੰ। ਮੇਰੇ ਪੁੱਤਰ ਦੇ ਹੱਥ ਨੂੰ ਫੜ ਕੇ, ਇਹਨਾਂ ਦੀ ਬਾਂਹ ਤੋਂ ਨਬਜ ਨੂੰ ਫੜ ਕੇ ਫਿਰ ਇਹਨਾਂ ਦੇ ਰੋਗ ਦੀ ਪਛਾਣ ਕਰੋ। ਨਿਸ ਦਿਨ ਭਰਿਓ ਰਹਿ ਸਹਿ ਆਲਸ, ਖਾਣ ਪਾਣ ਕੀ ਕਰੇ ਨਾ ਲਾਲਸ। ਕਾਲੂ ਜੀ ਕਹਿੰਦੇ ਨੇ ਕਿ ਰਾਤ ਤੇ ਦਿਨ ਬੜੇ ਆਲਸ ਦੇ ਨਾਲ ਘਰ ਹੀ ਲੰਮਾ ਪਿਆ ਰਹਿੰਦਾ, ਨਾ ਕੁਝ ਖਾਂਦਾ ਹੈ, ਨਾ ਪੀਂਦਾ ਹੈ ਤੇ ਨਾ ਹੀ ਕਿਸੇ ਚੀਜ਼ ਦੀ ਮੰਗ ਕਰਦਾ। ਪੀਤ ਬਦਨ ਤਨ ਖੀਨ ਕੁੜਾਰਾ, ਬੇਦਨ ਪਾਏ ਕਰੋ ਉਪਚਾਰਾ। ਹੇ ਵੈਦ ਜੀ ਦੇਖੋ ਮੇਰੇ ਪੁੱਤਰ ਦੇ ਚਿਹਰੇ ਨੂੰ ਕਿ ਇਹਦਾ ਚਿਹਰਾ ਬਹੁਤ ਹੀ ਜ਼ਿਆਦਾ ਪੀਲਾ ਹੋ ਗਿਆ, ਸਰੀਰ ਬਹੁਤ ਹੀ ਜ਼ਿਆਦਾ ਕਮਜ਼ੋਰ ਲੱਗਦਾ ਹੈ। ਬੇਦਨ ਪਾਏ ਕਰੋ ਉਪਚਾਰਾ, ਇਸ ਕਰਕੇ ਬਿਮਾਰੀ ਲੱਭ ਕੇ ਤੇ ਫਿਰ ਉਸ ਬਿਮਾਰੀ ਦਾ ਇਲਾਜ ਕਰੋ। ਸੁਣ ਕਰ ਬਚਨ ਵੈਦ ਬੁੱਧੀਵੰਤਾ, ਬੈਠਿਓ ਨਿਕਟ ਤਵੇ ਜਗ ਕੰਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੂ ਨੇ ਜਿੰਨੀਆਂ ਗੱਲਾਂ ਦੱਸੀਆਂ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਸੁਣਿਆ ਹੈ ਉਸ ਵੈਦ ਨੇ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ। ਫਿਰ ਸਤਿਗੁਰਾਂ ਦੇ ਲਾਗੇ ਵੈਦ ਬਹਿ ਗਿਆ। ਆਨਣ ਭਰ ਤੇ ਬਸਨ ਉਗਾਰਾ, ਹੇਰਤ ਧਮਣੀ ਕਰ ਕਰ ਧਾਰਾ। ਫਿਰ ਸਤਿਗੁਰਾਂ ਦੇ ਚਿਹਰੇ ਦੇ ਉੱਤੋਂ ਕੱਪੜੇ ਨੂੰ ਪਰਾਂ ਕੀਤਾ ਹੈ ਵੈਦ ਨੇ। ਹੇਰਤ ਧਮਣੀ ਕਰ ਕਰ ਧਾਰਾ, ਤੇ ਫਿਰ ਕੱਪੜਾ ਉਤਾਰਨ ਤੋਂ ਬਾਅਦ ਸਤਿਗੁਰਾਂ ਦੇ ਹੱਥ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਫਿਰ ਬਾਂਹ ਤੋਂ ਨਬਜ਼ ਲੱਭੇ। ਵੈਦ ਬਦਨ ਦੁਖ ਕਦਨ ਸੋ ਦੇਖਾ,
जिसको मन अनकंप बशेखा। कवि जी लिखते ने कि वैद ने जदों दुखां दा नाश करन वाले अते वड्डे कृपालू दा शरीर वेख्या ते फिर नवज वेखण लगा। करते करक लयो निज कर को, उठ बैठे देवन मत बर को। जदों नवज फड़ के देखण लगा ते सतगुरां ने वैद दे हत्थ दे विचों अपने हत्थ नूं छुड़ा लिया ते सतगुरु नानक देव सच्चे पातशाह जी उठ के बह गए ने वैद नूं श्रेष्ठ मत देण दे वास्ते। बच बोले उत्पल दल लोचन, सुखद अचल पाव बंद विमोचन। कवि जी लिखते ने कि कवल पत्तियां वर्गे नैना वाले सुखां दे दाते सतगुरु नानक देव सच्चे पातशाह जी फिर बोले ने, ਜਿਹੜੇ कि हमेशा सुख ਦਾ दान देने वाले ने, ਜਿਹੜੇ संसार ਦੇ ਬੰਧਨਾਂ ਨੂੰ ਕੱਟਣ वाले ने। गाहो हाथ के साथ सुहाथा, क्या तुम जियो करो निज गाथा। सतगुरु नानक देव सच्चे पातशाह जी ने वैद ਨੂੰ सवाल ਕੀਤਾ, ਕਹਿੰਦੇ ਨੇ वैद जी मेरे हੱਥ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਫੜ ਲਿਆ ਹੈ। क्या तुम जियो करो निज गाथा, ਭਾਵ ਕਿ ਗਾਥਾ ਬਿਆਨ ਕਰੋ ਕਿ ਤੁਸੀਂ ਮੇਰੇ ਨਬਜ ਫੜ ਕੇ ਕੀ ਵਿਚਾਰ ਰਹੇ। ਸੁਣ ਕਰ ਪੇਖਕ ਬਚਨ ਉਚਾਰੇ, ਹਾਂ ਹੇਰੋਂ ਜੋ ਰੋਗ ਤੁਮਾਰੇ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਅੱਗੋਂ ਵੇਦ ਕਹਿੰਦਾ ਕਿ हे ਪੁੱਤਰ ਨਾਨਕ, ਮੈਂ ਤੇਰੀ ਨਬਜ ਦੇਖ ਕੇ ਤੇਰੇ ਰੋਗ ਨੂੰ ਲੱਭ ਰਿਹਾ ਹਾਂ ਕਿ ਤੈਨੂੰ ਬਿਮਾਰੀ ਕੀ। पित वाए कफ श्रोणत चारू, इन ते तन में होत विकारू। वैद कहता है कि पित वाई ते कफ भाव के बलगम ते लहू दा रोग, भाव के पित वा ते कफ ते लहू दे रोग हो सकते ने। मैं चारां दे विचों ये सिद्ध कर रहा हाँ कि चारां दे विचों किहड़ी गल दे विच रुकावट होई है ते विगाड़ पैदा होया, इस करके मैं तेरी नब्ज नूं देख रहा। जेह को मैं विकार अब हेरो, तेह पर कर उपचार नबेरो। वैद कहता है कि नब्ज नूं फड़ के मैनू पता लगेगा कि तेरी पित्त दे विच घाटा जां वाधा है, या फिर वाई है, ਜਾਂ फिर कोई बलगम ਦਾ रोग है, ਜਾਂ कि लहू ਦੀ खराबी है। ਕਹਿੰਦਾ कि ਜਦੋਂ ਮੈਨੂੰ ਪਤਾ ਲੱਗੇਗਾ कि ਇਸ ਚੀਜ਼ ਦੇ ਵਿੱਚ ਵਿਕਾਰ ਹੈ, ਇਸ ਚੀਜ਼ ਦੇ ਵਿੱਚ ਦੋਸ਼ ਹੈ, ਤੇ ਫਿਰ ਮੈਂ ਉਸੇ ਦੇ ਮੁਤਾਬਕ ਦਵਾਈ ਦੇ ਕੇ ਤੇਰਾ ਇਲਾਜ ਕਰਾਂਗਾ। ਪਥ ਕੋ ਰਾਖ ਔਖ ਦੀ ਖਾਵੋ, ਹੋਇਆ ਰੋਗ ਤਨ ਤੇ ਸੁਖ ਪਾਵੋ। वैद कहता है कि फिर तू परहेज दे नाल दवाई खावी, जिहड़ी मैं तेनों दवाई देवांगा। वैद कहता है कि जेकर तू इस तरीके दे नाल मेरी दवाई नूं खाएगा, फिर तेरा शरीर अरोग हो जाएगा ते फिर सुख की प्राप्ति होएगी। असन खान की रुचि उपजै है, निर्बल देह बलि पुन है। वैद कहता है कि फिर जदों तू राजी होएगा ते फिर भोजन खाण नूं भी तेरा चित्त करेगा। निर्बल देह बलीपुन होया है, जिहड़ा तेरा शरीर इस वेले बड़ा कमजोर जिहा दिस रहा है, ये भी फिर अरोग हो जाएगा, तेरा शरीर बिल्कुल रिष्ट पुष्ट हो जाएगा। वैद बचन सुन पंकज बदना, तेह प्रति बोले सब सुख सदना। कवि संतोख सिंह जी लिखते हैं कि वैद दीयां गल्लां नूं सतगुरु नानक देव सच्चे पातशाह जी ने सुनिया ते फिर सुखां दे घर सतगुरु नानक देव सच्चे पातशाह जी ने इस तरह बचन किया। सतगुरु नानक देव सच्चे पातशाह जी ने गुरबाणी की रचना की। श्री मुख वाक श्लोक महला पहला। वैद बुलाया वैदगी, पकड़ टंडोले बाह, भोला वैद ना जानी, करक कलेजे माह। सतगुरां ने पंक्तियां उचारण कीतियां गुरबाणी दी। इन्हां पंक्तियां दा ये
ਭਾਵ ਹੈ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ। ਭਾਵ ਕਿ ਵੈਦ ਦਵਾਈ ਲਿਖਣ ਦੇ ਵਾਸਤੇ ਬੁਲਾਇਆ ਜਿਹੜਾ ਕਿ ਮੇਰੀ ਬਾਹ ਨੂੰ ਫੜ ਕੇ ਨਬਜ ਵੇਖਦਾ ਹੈ। ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹ। ਭਾਵ ਕਿ ਨਾਦਾਨ ਭੋਲਾ ਜਿਹੜਾ ਵੈਦ ਹੈ ਉਹ ਇਹ ਨਹੀਂ ਜਾਣਦਾ ਕਿ ਪੀੜਾ ਤੇ ਮੇਰੇ ਮਨ ਦੇ ਅੰਦਰ। ਲਗਿਓ ਯਾਦ ਕੋ ਹਉ ਮੈਂ ਰੋਗੂ ਜਿਹ ਤੇ ਮਹਾ ਦੁਖੀ ਸਭ ਲੋਗੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਮਨੁੱਖ ਨੂੰ ਸ਼ੁਰੂ ਤੋਂ ਲੈ ਕੇ ਜਿਹੜਾ ਹਉਮੈ ਦਾ ਰੋਗ ਹੈ ਉਹ ਲੱਗਿਆ ਹੋਇਆ, ਜਿਹੜਾ ਹੰਕਾਰ ਦਾ ਰੋਗ ਹੈ ਉਹ ਲੱਗਿਆ ਹੋਇਆ। ਜਿਹ ਤੇ ਮਹਾ ਦੁਖੀ ਸਭ ਲੋਗੂ, ਇਸ ਹਉਮੈ ਦੇ ਰੋਗ ਦੇ ਕਰਕੇ ਸਾਰੇ ਦੇ ਸਾਰੇ ਲੋਕ ਬਹੁਤ ਦੁਖੀ ਨੇ। ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਵੀ ਆਉਂਦਾ ਹੈ ਹਉਮੈ ਰੋਗ ਮਾਨੁਖ ਕੋ ਦੇਣਾ, ਕਿ ਜਿਹੜਾ ਹਉਮੈ ਦਾ ਜਿਹੜਾ ਹੰਕਾਰ ਦਾ ਵੱਡਾ ਰੋਗ ਹੈ ਨਾ ਇਹ ਤੇ ਮਨੁੱਖ ਨੂੰ ਦਿੱਤਾ ਹੋਇਆ। ਜਗ ਮੈਂ ਜਨਮ ਮਰਨ ਕੋ ਕਾਰਨ ਕਿਹ ਉਪਚਾਰ ਨ ਹੋਤ ਨਿਵਾਰਨ। ਦੁਨੀਆ ਦੇ ਉੱਤੇ ਜੰਮਣਾ ਤੇ ਫੇਰ ਮਰ ਜਾਣਾ ਇਹਦਾ ਕਾਰਨ ਸਿਰਫ ਹਉਮੈ ਹੈ। ਕਿ ਉਪਚਾਰ ਨਾ ਹੋਤ ਨਿਵਾਰਨ, ਤੇ ਜਿਹੜਾ ਹਉਮੈ ਦਾ ਰੋਗ ਹੈ ਕਵੀ ਜੀ ਲਿਖਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਦਵਾਈ ਦੇ ਨਾਲ ਦੂਰ ਨਹੀਂ ਹੁੰਦਾ। ਆਪਣੇ ਆਪ ਕੋ हेरो आमी कारो यावर को कैस अनामी। सतगुरु नानक देव सच्चे पातशाह जी कहते ने कि हे वैद जी पहला ते तुसी अपने आप दे वल झाती मारो कि तुसी ही रोगी हो। करो यावर को कैस अनामी, जिहड़ा आप ही रोगी होवे वो किसे नूं कित्थों अरोग कर सकदा है। वैद जी तुसी आप ही रोगी हो, मैनू की अरोग करोगे। जिस पेख जते हाँ मैं जाई अब चल सुख वस है तन आई। सतगुरां ने सवाल किया, कहते ने वैद जी जिहड़ी दवाई दे नाल हौमे दा रोग दूर हुंदा है, की तुहाडे कोल ऐसी दवाई है? अब चल सुख वस है तन आई, जिहड़ी दवाई नूं खाण दे नाल जिहड़ा कदे भी नास ना होण वाला सुख है ਉਹਦੀ ਪ੍ਰਾਪਤੀ ਹੋਵੇ, ਐਸੀ ਜੇਕਰ ਤੁਹਾਡੇ ਕੋਲ ਦਵਾਈ ਹੈ ਤੇ ਮੈਨੂੰ ਦੱਸੋ। ਸੋਇ ਉਪਚਾਰ ਕਰੇ ਜੇ ਕੋ ਨਿਜ ਰੋਜ ਖਾਏ ਬੈਦ ਭਲ ਸੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੈਦ ਇਸ ਹਉਮੈ ਦੇ ਰੋਗ ਨੂੰ ਦੂਰ ਕਰਨ ਦੇ ਵਾਸਤੇ ਇਲਾਜ ਕਰੇ ਨਿਜ ਰੋਜ ਖੋਏ। ਪਹਿਲਾਂ ਤੇ ਵੈਦ ਨੂੰ ਚਾਹੀਦਾ ਹੈ कि अपने हौमे दे रोग नूं दूर करे ते फिर किसी नूं दवाई देण दे वास्ते जावे। वैद भल सो, उही जिहड़ा वैद है वो सारियां तो चंगा ते वधिया हो सकदा है। जन्म मरण ते मुक्ता होई बहुर न रोग व्यापै कोई। सतगुरु जी कहंदे ने कि जन्म ते मरण तो मुक्त हो जाता है वो वैद, ते जिन्हों दवाई देंदा है उन्होंने भी मुक्त कर देंदा है। बहुरना रोग व्यापै कोई, जदों जम्मण ते मरण तो ही मनुख रहत हो गया ते सतगुरु जी कहते हैं फिर रोग किनू लगना है। रोज परखण पुन तिन को हरने सोनियो चहत हो मन दिड़ करने। सतगुरु जी कहते हैं कि बीमारी नू जानना ਤੇ ਫਿਰ ਬਿਮਾਰੀ ਦਾ ਇਲਾਜ ਕਰਨ ਦੇ ਵਾਸਤੇ ਦਵਾਈ ਦੇਣੀ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਵੈਦ ਜੀ ਮਨ ਨੂੰ ਦ੍ਰਿੜ ਕਰਕੇ ਸੁਣੋ। ਤੋ ਉਚਰੋ ਨਿਜ ਹਿਰਦੇ ਚਾਹੂ ਸਭੈ ਕਹੋ ਮੈਂ ਤੁਮਰੇ ਪਾਹੂ। ਸਤਿਗੁਰੂ ਜੀ ਕਹਿੰਦੇ ਨੇ ਵੈਦ ਜੀ ਜੇ ਤੁਹਾਡੇ ਹਿਰਦੇ ਦੇ ਵਿੱਚ ਐਸੀ ਚਾਹ ਹੈ ਕਿ ਮੈਂ ਦੱਸਾਂ ਕਿ ਬਿਮਾਰੀ ਕਿਵੇਂ ਲੱਭੀ ਦੀ ਹੈ ਤੇ ਬਿਮਾਰੀ ਦਾ ਕਿਸ ਤਰ੍ਹਾਂ ਇਲਾਜ ਕਰੀਦਾ ਹੈ ਤੇ ਫਿਰ ਤੁਸੀਂ ਚਾਹ ਦੇ ਨਾਲ ਸੁਣੋ, ਮੈਂ ਤੁਹਾਡੇ ਕੋਲ ਸਾਰਾ ਬਿਆਨ ਕਰਦਾ। ਅਸ ਬਿਦ ਸੁਣੇ ਵੈਦ ਬਚ ਜਬ ਹੀ ਬਿਸਮੈ ਹੋਏ ਵਿਚਾਰਤ ਤਬ ਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਦੇ ਬਚਨ ਜਦੋਂ ਹੀ ਵੈਦ ਨੇ ਸੁਣੇ ਤੇ ਬਹੁਤ ਜ਼ਿਆਦਾ ਹੈਰਾਨ ਹੋਇਆ, ਮਨ ਦੇ ਵਿੱਚ ਵਿਚਾਰਨ ਲੱਗਾ। ਕੋ ਨਰ ਇਹ ਨੁਤੈ ਉਚਾਰੀ, ਸੁਣਤ ਹੋ ਤੋ ਅਬ ਨੈਣ ਨਿਹਾਰੀ। ਵੈਦ ਮਨ ਦੇ ਵਿੱਚ ਸੋਚਦਾ ਹੈ ਕਿ ਕੋਈ ਜਿਹੜੇ ਲੋਕ ਨੇ ਉਹ ਤੇ ਇਹਨਾਂ ਦੀ ਬਹੁਤ ਸਾਰੀ ਸਿਫਤ ਕਰਦੇ ਸਨ, ਲੋਕਾਂ ਤੋਂ ਕੰਨਾਂ ਦੇ ਨਾਲ ਇਹਨਾਂ ਦੀ ਸਿਫਤ ਬੜੀ ਸੁਣੀ ਸੀ ਤੇ ਹੁਣ ਤੇ ਆਪਣੀ ਅੱਖਾਂ ਦੇ ਨਾਲ ਮੈਂ ਆਣ ਕੇ ਵੇਖ ਲਿਆ। ਕਲਾਵਾਣ ਇਹ ਸਤ ਅਵਤਾਰਾ, ਬੂਝ ਲਿਓ ਮੈਂ ਹੋਏ ਨਿਸਤਾਰਾ। ਮਨ ਦੇ ਵਿੱਚ ਹੀ ਵੈਦ ਸੋਚਦਾ ਹੈ ਇਹ ਤੇ ਸ਼ਕਤੀ ਵਾਲੇ ਨੇ, ਇਹ ਤੇ ਕਲਾਵਾਨ ਨੇ, ਇਹ ਤੇ ਸੱਚ ਦਾ ਅਵਤਾਰ ਨੇ। ਬੂਝ ਲਿਓ ਮੈਂ ਹੋਏ ਨਿਸਤਾਰਾ, ਸੋਚਦਾ ਹੈ ਕਿ ਮੈਂ ਇਹਨਾਂ ਨੂੰ ਪਛਾਣ ਲਿਆ ਹੈ, ਹੁਣ ਮੇਰਾ ਨਿਸਤਾਰਾ ਹੋਵੇਗਾ, ਹੁਣ ਮੇਰਾ ਪਾਰ ਉਤਾਰਾ ਹੋ ਜਾਵੇਗਾ। ਅਸ ਵਿਚਾਰ ਕਰ ਵੈਦ ਸਿਆਣਾ, ਬੰਦ ਹਾਥ ਦੋ ਬਚਨ ਬਖਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਦ ਨੇ ਆਪਣੇ ਮਨ ਦੇ ਨਾਲ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਫਿਰ ਹੱਥ ਜੋੜ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਤੁਮਰੇ ਬਚਨ ਸੁਣਨ ਅਬਿਲਾਖਾ, ਵਦੀ ਮੋਹ ਮਨ ਜਿਉ ਤਰ ਸ਼ਾਖਾ। ਹੱਥ ਜੋੜ ਕੇ ਵੈਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਹੇ ਗਰੀਬ ਨਵਾਜ, ਤੁਹਾਡੇ ਬਚਨਾਂ ਨੂੰ ਸੁਣਨ ਦੀ ਇਸ ਤਰ੍ਹਾਂ ਦੀ ਲਾਲਸਾ ਮੇਰੇ ਮਨ ਦੇ ਵਿੱਚ ਵੱਧ ਗਈ ਹੈ ਜਿਵੇਂ ਰੁੱਖ ਦੀ ਟਾਹਣੀ ਵੱਧਦੀ। ਕਰਨਾ ਕਰ ਜੋ ਸਭ ਬਿਰਤਾਂਤਾ, ਕਹੋ ਆਪ ਜਿਉ ਮੁਝ ਹੋਏ ਸ਼ਾਂਤਾ। ਕਰਨਾ ਕਰ ਜੋ ਸਭ ਬਿਰਤਾਂਤਾ, ਮਿਹਰ ਕਰਕੇ ਸਾਰੇ ਦਾ ਸਾਰਾ ਬਿਰਤਾਂਤ ਮੈਨੂੰ ਸੁਣਾਓ। ਕਹੋ ਆਪ ਜਿਉ ਮੁਝ ਹੋਏ ਸ਼ਾਂਤਾ, ਐਸਾ ਸੱਚੇ ਪਾਤਸ਼ਾਹ ਮੈਨੂੰ ਉਪਦੇਸ਼ ਦਿਓ ਤਾਂ ਕਿ ਮੇਰੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਵੇ। ਕਮਲ ਬਦਨ ਕਰ ਨਾ ਗੁਣ ਮੰਦਰ, ਬੋਲੇ ਬਚਨ ਮ੍ਰਿਦਲ ਬਰ ਸੁੰਦਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਚਿਹਰਾ ਕਮਲ ਦੇ ਫੁੱਲ ਦੀ ਤਰ੍ਹਾਂ ਹਮੇਸ਼ਾ ਖਿੜਿਆ ਰਹਿੰਦਾ ਹੈ, ਜਿਹੜੇ ਸਤਿਗੁਰੂ ਜੀ ਗੁਣਾਂ ਦੇ ਘਰ ਨੇ, ਉਹਨਾਂ ਨੇ ਫਿਰ ਬਚਨ ਬੋਲੇ ਨੇ ਜਿਹੜੇ ਬਚਨ ਬਹੁਤ ਹੀ ਜ਼ਿਆਦਾ ਕੋਮਲ ਨੇ ਤੇ ਸੁੰਦਰ ਨੇ। ਤਨ ਹਉ ਮੈਂ ਮਮਤਾ ਜੋ ਕਨੇਰੀ, ਸਭ ਬਿਆਦਣ ਕੀ ਮੂਲ ਵਡੇਰੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਰੀਰ ਦੇ ਵਿੱਚ ਜਿਹੜਾ ਮਮਤਾ ਤੇ ਹਉਮੈ ਦਾ ਅਧਿਕ ਵਾਸਾ ਹੋਇਆ ਹੈ, ਇਹੀ ਸਾਰੇ ਰੋਗਾਂ ਦੀ ਜੜ ਹੈ। ਆਤਮ ਤਨ ਤੇ ਲਖੀਐ ਨਿਆਰੋ, ਚੇਤਨ ਜੜ ਨੀਕੋ ਨਿਰਧਾਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਆਤਮਾ ਨੂੰ ਸਰੀਰ ਨਾਲੋਂ ਵੱਖਰਾ ਸਮਝੋ, ਚੇਤਨ ਜੜ ਨੀਕੋ ਨਿਰਧਾਰੋ, ਤੇ ਫਿਰ ਜੜ ਤੇ ਚੇਤਨ ਦਾ ਚੰਗੇ ਤਰੀਕੇ ਦੇ ਨਾਲ ਨਿਰਣਾ ਕਰੋ। ਨਿਰਵਿਕਾਰ ਪੁਨ ਜਾਣ ਅਸੰਗਾ, ਭ੍ਰਮ ਪੰਗੋ ਤਬ ਹੈ ਇਹ ਭੰਗਾ। ਭਾਵ ਕਿ ਨਿਰਵਿਕਾਰ ਨੂੰ ਫਿਰ ਨਿਰਾਲਾ ਹੀ ਸਮਝੋ, ਸਾਰਿਆਂ ਭਰਮਾਂ ਨੂੰ ਨਾਸ ਕਰ ਦਿਓ, ਤਦ ਹੀ ਇਸ ਚੀਜ਼ ਦਾ ਖਾਤਮਾ ਹੋਵੇਗਾ। ਪਰ ਗੁਣ ਪਰ ਤਨ ਪਰਨ ਪ੍ਰਸ਼ੰਸਾ, ਜਰੈ ਨ ਇਹ ਜੁਰ ਲਖੋ ਨਿਸੰਸਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਗੁਣ ਭਾਵ ਕੇ ਪਰਾਇਆ ਗੁਣ, ਪਰ ਧਨ ਭਾਵ ਕੇ ਪਰਾਈ ਮਾਇਆ, ਤੇ ਫਿਰ ਪਰਨ ਪ੍ਰਸ਼ੰਸਾ ਕਿਸੇ ਪਰਾਏ ਦੀ ਪ੍ਰਸ਼ੰਸਾ, ਕਿਸੇ ਪਰਾਏ ਦਾ ਜਸ। ਜਰੈ ਨ ਇਹ ਜੁਰ ਲਖੋ ਨਿਸੰਸਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਪਰਾਏ ਗੁਣ ਨੂੰ, ਕਿਸੇ ਪਰਾਏ ਧਨ ਨੂੰ ਤੇ ਕਿਸੇ ਪਰਾਈ ਪ੍ਰਸ਼ੰਸਾ ਨੂੰ ਮਨੁੱਖ ਸਹਾਰਨ ਨਹੀਂ ਕਰ ਸਕਦਾ, ਐਸਾ ਇਸ ਨੂੰ ਤਾਪ ਚੜਿਆ ਹੋਇਆ। ਸਭ ਜੀਵਨ ਸੋ ਮੈਤਰੀ ਕਰਨੀ, ਤਿਹ ਕੋ ਇਹ ਔਛਦ ਬਦ ਹਰਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਹੀ ਜੀਵਾਂ ਦੇ ਨਾਲ ਮਿੱਤਰਤਾ ਕਰਨੀ,
मैत्री भाव रखना, प्यार रखना, ये इस ताप नूं दूर करन दी बहुत चंगी दवाई है। ज्यों मित्रन सुख लख कर सुखिया, तैसी ब्रित सवण सो रखिया। सतगुरु नानक देव सच्चे पातशाह जी उपदेश दे रहे ने वैद नूं, जो मित्रन सुख लख कर सुखिया, जिवें मनुख अपने मित्रां नूं सुखी देख के सुख मनदा है, इसे तरीके दी जिहड़ी बिरती है उहनूं हर एक दे नाल रखनी चाहीदी है, भावें उहदा मित्र होवे जां दुश्मन होवे। निज गुण धन निज जस बिस तीरन, करत मान एह वड जीरन। अपने गुणां नूं, अपने धन नूं ते अपने जस नूं विस्तारण करन दे विच मनुख हमेशा लगा रहिंदा है, बहुत ज़्यादा माण करदा है, वड्डा हंकार करदा है, ये है वड जीरन। सतगुरु नानक देव सच्चे पातशाह जी कहंदे ने ये बहुत ही पुराना रोग है जिहड़ा मनुख नूं लगा होया। लख कर सब हर की वडियाई, हृदय गरीबी चूरन खाई। सतगुरु नानक देव सच्चे पातशाह जी कहंदे ने कि गरीबी रूपी जिहड़ा चूरन है वो खा के ते सारियां दे विच जिहड़ी परमेश्वर दी वडियाई है उस नूं ही देखना चाहिए। हर सिमरन रुच सो लेव लागी, लख अरोजिए भूख सो जागी। भाव के फिर इंसान दी जिहड़ी बिरती है वो सिमरन दे विच जुड़ जाती है, वो अपने आप नूं अरोग वेखदा है, क्योंकि उस विच हरी भगती दा वासा हो जाता है, हरि दे नाम दी भुख उस नूं जाग पैंदी है। विषय बाशना तृष्णा खांसी, दिन प्रति बरदत कवना विनाशी। सतगुरु नानक देव सच्चे पातशाह जी कहते हैं कि विषयां दी वासना ते जिहड़ी तृष्णा है, जिहड़ा लालच है, इहदी मनुख नूं खांसी लगी हुई है, खंघ लगी हुई है। दिन प्रति बरदत कब ना विनाशी, भाव के विकारां दी ते तृष्णा दी जिहड़ी खंघ लगी हुई है, ये दिन प्रति दिन वधदी रहिंदी है, कदे इहदा नाश नहीं हुंदा। मिथ्या सब पदार्थ जानी, ये चटनी तेह कर है हानि। ते सतगुरु नानक देव सच्चे पातशाह जी कहते हैं कि जिहड़ा इस चीज नूं जान लेना है कि सारे दुनिया दे पदार्थ झूठे ने, इस चीज नूं जानन वाली ये चटनी है, भाव के सारी दुनिया दे पदार्थां नूं झूठा समझ लवे, ये चटनी है जिस नूं चटण दे नाल ये जिहड़ी विषयां दी ते लालच दी खांसी है ये दूर हो जाएगी। काम क्रोध यार मोह त्रिदोखू, जिन सब जीवन की सुध सोखू। काम क्रोध ते मोह ये तीन सतगुरु जी कहते हैं कि बहुत वड्डे दोष ने, जिन्हां ने सारे जीवन की जिहड़ी सोझी है वो मनुख नूं भुला दित्ती। सतगुर बचन तंबे सुर पूरी, नित सेवै ते सो होए दूरी। सतगुरु जी कहते हैं कि सतगुरु दे बचन मारे हुए तांबे दी पुड़ी दे वांग हन, नित सेवै ते होए सो दूरी। सतगुरां दे बचन जेड़े के मारे हुए तांबे दी पुड़ी वर्गे ने, जेकर उन्हां नूं खाधा जावे, उन्हां दा सेवन कीता जावे ते फिर सारे रोग ये दूर हो जाते ने, काम क्रोध ते मोह दे। बामण रोग कर ही पर निंदा, हटै लखे सब है निज मंदा। हुण जिहड़ियां मुंडलियां बीमारियां हुंदियां ने, उन्हां दा सतगुरु नानक देव सच्चे पातशाह जी ने वखरे वखरे करके बयान किया है। पहला सतगुरु नानक देव सच्चे पातशाह जी ने आख्या सी कि पराए गुण नूं देखना ते पराए धन नूं देखना, पराई प्रशंसा हुंदी देख के सड़ना, ये मनुख नूं ताप चढ़िया होया। पहला ताप की गल की है। हुण सतगुरु नानक देव सच्चे पातशाह जी कहते हैं कि जिहड़ी खंघ लगी हुई है मनुख नूं, वो है विषयां दी वासना दी ते लालच दी। हुण सतगुरु नानक देव सच्चे पातशाह जी होर रोग का बयान करते हैं। सतगुरु जी कहते हैं बामण रोग कर ही पर निंदा,
ਬਾਵਣ ਆਖਿਆ ਜਾਂਦਾ ਹੈ ਉਲਟੀ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਪਰਾਈ ਦੀ ਨਿੰਦਿਆ ਕਰਨੀ, ਇਹ ਮੰਨੋ ਕਿ ਮਨੁੱਖ ਨੂੰ ਉਲਟੀ ਦਾ ਰੋਗ ਲੱਗਿਆ ਹੋਇਆ। ਹਟੈ ਲਖੇ ਸਭ ਤੇ ਨਿਜ ਮੰਦਾ, ਇਹ ਜਿਹੜਾ ਉਲਟੀ ਦਾ ਰੋਗ ਲੱਗਿਆ ਹੋਇਆ ਪਰਾਈ ਨਿੰਦਿਆ ਦਾ, ਸਤਿਗੁਰੂ ਜੀ ਕਹਿੰਦੇ ਨੇ ਇਹ ਤਾਂ ਦੂਰ ਹੋਵੇਗਾ ਜੇਕਰ ਮਨੁੱਖ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਤੇ ਮੰਦਾ ਸਮਝੇਗਾ ਤੇ ਦੂਜਿਆਂ ਨੂੰ ਸ੍ਰੇਸ਼ਟ ਸਮਝੇਗਾ। ਆਸ ਬਿਦ ਕੇ ਰੁਜ ਸੋ ਮਨ ਪੂਰਨ, ਮਿਟੈ ਸੇਵ ਗੁਰ ਪਦ ਰਜ ਚੂਰਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਵੈਦ ਜੀ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਮਨੁੱਖ ਦੇ ਮਨ ਨੂੰ ਲੱਗੀਆਂ ਹੋਈਆਂ ਨੇ। ਮਿਟੈ ਸੇਵ ਗੁਰ ਪਦ ਰਜ ਚੂਰਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਦੇ ਚਰਨਾਂ ਦੀ ਜਿਹੜੀ ਧੂੜ ਹੈ, ਜੇਕਰ ਉਹਨੂੰ ਸੇਵਨ ਕੀਤਾ ਜਾਵੇ ਤੇ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ। ਕਮਲ ਬਦਨ ਤੇ ਬਚਨ ਸੁਣੇ ਜਬ, ਵੈਦ ਵਿਚਛਣ ਨਿਮਰ ਭਇਓ ਤਬ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਮਲ ਵਰਗੇ ਮੁਖੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਐਸੇ ਬਚਨ ਵੈਦ ਨੇ ਸੁਣੇ, ਵੈਦ ਵਿਚਛਣ ਨਿਮਰ ਭਇਓ ਤਬ, ਭਾਵ ਕਿ ਜਿਹੜਾ ਵੈਦ ਬਹੁਤ ਹੀ ਸਿਆਣਾ ਸੀ, ਮੰਨਿਆ ਪ੍ਰਮੰਨਿਆ ਸੀ, ਜਿਹੜਾ ਬੜਾ ਚਤਰ ਸੀ, ਉਹ ਸਤਿਗੁਰਾਂ ਦੇ ਅੱਗੇ ਨਿਮਰਤਾ ਨੂੰ ਧਾਰਨ ਕਰ ਗਿਆ। ਨਿਜ ਮਨ ਕੋ ਮੁਨ ਸਭ ਹੋਏ ਤਬ ਹੀ, ਕਹੇ ਜੇ ਰੋਜ ਲਖ ਲੀਨੇ ਸਭ ਹੀ। ਮਨ ਦਾ ਮੁਨਸਬ ਹੋ ਕੇ ਉਹਨੇ ਮਨ ਦੇ ਨਾਲ ਨਿਰਣਾ ਕੀਤਾ ਹੈ, ਕਹੇ ਜੇ ਰੋਜ ਲਖ ਲੀਨੇ ਸਭ ਹੀ। ਜਿੰਨਾ ਵੀ ਰੋਗਾਂ ਦੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਸੀ, ਉਹਨਾਂ ਸਾਰਿਆਂ ਰੋਗਾਂ ਨੂੰ ਉਸਨੇ ਸਮਝ ਲਿਆ। ਮੁਨਸਬ ਦਾ ਭਾਵ ਹੁੰਦਾ ਹੈ ਇਨਸਾਫ ਕਰਨ ਵਾਲਾ। ਜਗਜੀਤ ਸਿੰਘ ਜਿਹੜਾ ਗਜ਼ਲ ਦਾ ਸਮਰਾਟ ਮੰਨਿਆ ਜਾਂਦਾ ਸੀ, ਥੋੜਾ ਹੀ ਸਮਾਂ ਹੋਇਆ ਹੈ ਕਿ ਉਸ ਗਜ਼ਲ ਸਮਰਾਟ ਜਗਜੀਤ ਸਿੰਘ ਦੀ ਮੌਤ ਹੋ ਗਈ। ਉਹਨਾਂ ਦੀ ਇੱਕ ਗਜ਼ਲ ਹੈ ਜਿਹਦੇ ਵਿੱਚ ਉਹ ਮੁਨਸਬ ਦਾ ਜਿਹੜਾ ਭਾਵ ਹੈ ਉਹ ਜ਼ਾਹਰ ਕਰਦੇ ਨੇ ਕਿ ਮੁਨਸਬ ਦਾ ਭਾਵ ਹੁੰਦਾ ਇਨਸਾਫ ਕਰਨ ਵਾਲਾ। ਉਹਨਾਂ ਦੀ ਗਜ਼ਲ ਦੇ ਬੋਲ ਨੇ, ਮੇਰਾ ਮੁਨਸਬ ਹੀ ਮੇਰਾ ਕਾਤਲ ਹੈ, ਕਿਆ ਮੇਰੇ ਹੱਕ ਮੇਂ ਫੈਸਲਾ ਦੇਗਾ। ਕਹਿਣ ਤੋਂ ਭਾਵ ਇਹ ਹੈ ਕਿ ਮੇਰਾ ਮੁਨਸਬ ਹੀ ਮੇਰਾ ਕਾਤਲ ਹੈ, ਜਿਨੇ ਮੇਰਾ ਕਤਲ ਕੀਤਾ ਹੈ ਉਹ ਹੀ ਮੇਰਾ ਮੁਨਸਬ ਹੈ, ਉਹਨੇ ਹੀ ਇਨਸਾਫ ਕਰਨਾ ਹੈ। ਤੇ ਜਿਹੜਾ ਕਿਸੇ ਦਾ ਕਤਲ ਕਰਦਾ ਹੈ, ਜੇਕਰ ਉਸੇ ਨੂੰ ਆਖਿਆ ਜਾਵੇ ਤੂੰ ਇਨਸਾਫ ਕਰ, ਕਿਆ ਮੇਰੇ ਹੱਕ ਮੇਂ ਫੈਸਲਾ ਦੇਗਾ, ਤੇ ਉਹ ਕਦੋਂ ਹੱਕ ਦੇ ਵਿੱਚ ਫੈਸਲਾ ਦੇਵੇਗਾ। ਭਾਵ ਕਿ ਮੇਰਾ ਮੁਨਸਬ ਹੀ ਕਾਤਲ ਹੈ, ਜਿਹੜਾ ਮੇਰਾ ਕਾਤਲ ਹੈ ਉਹ ਉਹੀ ਹੈ ਜਿਨੇ ਮੇਰਾ ਕਤਲ ਕੀਤਾ ਹੈ। ਕਿਆ ਮੇਰੇ ਹੱਕ ਮੇਂ ਫੈਸਲਾ ਦੇਗਾ, ਤੇ ਕਦੋਂ ਉਹ ਮੇਰਾ ਕਾਤਲ ਮੇਰੇ ਹੱਕ ਦੇ ਵਿੱਚ ਫੈਸਲਾ ਦੇਵੇਗਾ। ਕਦੇ ਵੀ ਉਹ ਮੇਰੇ ਹੱਕ ਦੇ ਵਿੱਚ ਫੈਸਲਾ ਦੇ ਨਹੀਂ ਸਕਦਾ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਮੁਨਸਬ ਦਾ ਭਾਵ ਹੁੰਦਾ ਹੈ ਇਨਸਾਫ ਕਰਨ ਵਾਲਾ, ਜਿਹੜਾ ਇਨਸਾਫ ਕਰੇ। ਕਹੇ ਜੇ ਰੋਜ਼ ਲੱਖ ਲੀਨੇ ਸਭ ਹੀ, ਮਨ ਨੇ ਫੈਸਲਾ ਦਿੱਤਾ ਹੈ ਵੈਦ ਦੇ ਮਨ ਨੇ ਕਿ ਸਾਰੇ ਜਿਹੜੇ ਰੋਗ ਨੇ ਜਿਹੜੇ ਸਤਿਗੁਰਾਂ ਨੇ ਬਿਆਨ ਕੀਤੇ ਨੇ ਉਹਨਾਂ ਨੂੰ ਸਮਝ ਲੈ। ਕਰ ਬਿੰਬ ਬੰਦਤ ਬਿਨੈ ਬਖਾਨੀ, ਹੋ ਹੇਰਿਓ ਹੈ ਕਰ ਅਨ ਜਾਨੀ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵੈਦ ਡਿੱਗਾ ਹੈ, ਕਹਿੰਦਾ ਹਉ ਹੇਰਿਓ ਹੈ ਕਰ ਅਨਜਾਨੀ। ਹੇ ਸੱਚੇ ਪਾਤਸ਼ਾਹ, ਮੈਂ ਤੇ ਅਣਜਾਣਾ ਵਾਲੀ ਨਜ਼ਰ ਦੇ ਨਾਲ ਤੁਹਾਨੂੰ ਵੇਖਦਾ ਰਿਹਾ। ਜਾਸੀ ਇੱਛਾ ਕਰੀਏ ਤਸ ਲੀਲਾ, ਮਹਾਪੁਰਖ ਤੁਮ ਗੁਣੀ ਗਹੀਲਾ। ਵੈਦ ਕਹਿੰਦਾ ਜਿਸ ਤਰ੍ਹਾਂ ਤੁਹਾਡੀ ਇੱਛਾ ਹੁੰਦੀ ਹੈ ਤੁਸੀਂ ਉਸੇ ਤਰ੍ਹਾਂ ਦੀ ਲੀਲਾ ਕਰਦੇ ਹੋ। ਤੁਸੀਂ ਸੱਚੇ ਪਾਤਸ਼ਾਹ ਮਹਾਪੁਰਖ ਹੋ, ਤੁਸੀਂ ਗੁਣਾਂ ਦੇ ਸਮੂਹ ਹੋ। ਤੁਮਰੇ ਬਚਨਨ ਮੋਹ ਅਵਿਦਿਆ, ਬਾਣ ਲੱਛ ਜੋ ਕੀਨੀ ਪਿਦਿਆ। ਵੈਦ ਕਹਿੰਦਾ ਕਿ ਤੁਹਾਡੇ ਜਿਹੜੇ ਬਚਨ ਨੇ ਉਹ ਇਸ ਤਰੀਕੇ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਵੱਜੇ ਨੇ ਜਿਵੇਂ ਕਿ ਤੀਰ ਨਿਸ਼ਾਨੇ ਤੇ ਜਾ ਖੁੱਭਦਾ। ਤੁਹਾਡੇ ਬਚਨਾਂ ਰੂਪੀ ਤੀਰ ਨੇ ਮੇਰੀ ਅਵਿਦਿਆ ਨੂੰ ਬਿਲਕੁਲ ਨਾਸ ਕਰ ਦਿੱਤਾ। ਆਮੀ ਹੋਵਣ ਬਹੁਰ ਅਨਾਮੀ, ਲਖ ਲਿਆ ਗਤ ਸਭ ਤੋਏ ਤਵ ਸੁਆਮੀ। ਭਾਵ ਕਿ ਰੋਗੀ ਫਿਰ ਅਰੋਗੀ ਹੋ ਗਏ ਹਨ,
मैं जान लिया है कि आप दी शरण होके मेरी ये हालत हो गई। अब मुझ पर यह करुणा करिए, मन को रोग सगल पर हरिए। वैद बेनती करदा है कि सच्चे पातशाह हुण मेरे ते तुसी करुणा करो, मेरे ते दया करो कि मेरे मन नूं जिहड़े रोग लगे हुए ने उन्हां सारिआं नूं तुसी दूर कर दिओ। श्री गुर कहयो करो सतसंगा, दिन थोरन में होवे पंगा। उस वेले वैद नूं सतगुरु नानक देव सच्चे पातशाह जी ने उपदेश दिता है कि वैद जी सतसंग करया करो, थोड़िया दिनां दे विच ही तुहाडे ये जिहड़े रोग ने वो खत्म हो जाणगे। मन सुख पाए करी पद बंधन, महिमा जानी को मत निकंदन। ग्रंथाकार भाई संतोख सिंह जी लिखते ने कि सतगुरां दे चरणां दे उत्ते वैद ने नमस्कार कीती है, मन नूं सुख दी प्राप्ति हो गई है, क्योंकि महिमा जानी कुमत निकंदन जेड़े सारियां ही खोटियां बुद्धां दा नाश करन वाले सतगुरु जी ने उन्हां दी महिमा नूं हुण वैद ने जान लिया। गयो सदन सेव्यो सतसंगा, मोख उचित पायो और भ्रम भंगा। सतगुरां दा उपदेश लैके अपने घर दे विच वैद चला गया है। सतगुरां दे उपदेश दे मुताबक उन्हें सत संगियां दी सेवा करनी शुरू कर दिती है। मोख उचित पा और भ्रम भंगा, भाव के मोक्ष दी प्राप्ति दा अधिकारी बन गया। वो वैद उहदे सारे वहम ते भरम दूर हो गए। आस बेद बैद उधार कर, श्री गुर करुणा खान। सदा बदन ते नाम जप, तारो हृदय नित ध्यान। हुण ग्रंथाकार भाई संतोख सिंह जी कहंदे ने इस तरीके दे नाल सतगुरु नानक देव सच्चे पातशाह जी जो कि दया दी खान ने, उन्हां ने वैद दा उधार कीता। सदा बदन ते नाम जप, धरो हृदय नित ध्यान। अपने आप नूं कवि जी लिखते ने, हे कवि संतोख सिंघा, सदा ही ऐसे सतगुरु दे नाम दा जाप कर ते ऐसे सतगुरु दे चरणां दे ध्यान नूं अपने हिरदे दे विच वसा के रख। इस जगह दे उत्ते ग्रंथाकार भाई संतोख सिंह जी अपनी इस कथा की समाप्ति करते हैं। दूसरे पासे कवि जी ने इत्थे ही अपने अध्याय की समाप्ति की है ते समा भी समाप्त हो चुका है। कल नूं नवे अध्याय दे विच जिस तरीके दे नाल सतगुरु नानक देव सच्चे पातशाह जी दे अगले इतिहास नूं कवि संतोख सिंह जी बयान करनगे, मैं उस तरह साध संगत दे सन्मुख अर्ज करांगा। अगे जो सतगुरु सच्चे पातशाह जी की रजा होवेगी उस तरह वरतेगी। जिन्नियां ही अर्जां करदा होया मैं इत्थे ही कथा नूं विश्राम दे के सारी साध संगत तो खिमा दा याचक। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाके सदा विवेक। हे अपरंपर हर हरे, है पी होवनहार। हे संता कै सदा संग ने धारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो हिय परोय। जाहि कुल ते प्रगट होय, ताहि कुल को नाम। पुन द्वादश गोरिंड को मेरी है प्रणाम।